प्यारे बच्चों, मैं सुखविंदर लाल साइंस मास्टर सरकारी सीनियर सैकेंडरी स्कूल लंगड़ोआ शहीद भगत सिंह नगर ਆਪ ਜੀ ਦਾ ਅੱਜ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ। ਪਿਆਰੇ ਬੱਚਿਓ, ਆਪਾਂ ਕਰਨ ਜਾ ਰਹੇ ਹਾਂ 10ਵੀਂ ਜਮਾਤ ਦਾ ਪਾਠ 6 ਜੈਵਿਕ ਪ੍ਰਕਿਰਿਆਵਾਂ ਮੀਨਸ ਲਾਈਫ ਪ੍ਰੋਸੈਸਸ ਦੇ ਮਹੱਤਵਪੂਰਨ क्वेश्चन आंसर। ਬੱਚਿਓ, ਪਹਿਲਾ ਪ੍ਰਸ਼ਨ ਹੈ ਮਨੁੱਖਾਂ ਜਿਹੇ ਬਹੁਸੈਲੀ ਜੀਵਾਂ ਨੂੰ ਆਕਸੀਜਨ ਦੀ ਲੋੜ ਪੂਰੀ ਕਰਨ ਵਿੱਚ ਪ੍ਰਸਰਣ ਮੀਨਸ ਡਿਫਿਊਜ਼ਨ ਕਿਉਂ ਕਾਫੀ ਨਹੀਂ ਹੈ? ਵਾਈ ਇਜ਼ ਡਿਫਿਊਜ਼ਨ ਇਨਸਫੀਸ਼ੀਐਂਟ ਟੂ ਮੀਟ ਦਾ ਆਕਸੀਜਨ ਰਿਕੁਆਇਰਮੈਂਟ ਆਫ multicellular organisms like us। ਪਿਆਰੇ ਬੱਚਿਓ, ਇੱਕ ਸੈਲੀ ਜੀਵਾਂ ਵਿੱਚ ਇਕਹਿਰਾ ਸੈੱਲ ਵਾਤਾਵਰਣ ਦੇ ਸਿੱਧਾ ਸੰਪਰਕ ਵਿੱਚ ਹੁੰਦਾ ਹੈ। ਇਸ ਲਈ ਆਕਸੀਜਨ ਸਿੱਧੇ ਹੀ ਸਰੀਰ ਵਿੱਚ ਵਾਤਾਵਰਣ ਤੋਂ ਪ੍ਰਸਰਣ ਹੋ ਜਾਂਦੀ ਹੈ। ਪਰੰਤੂ ਬਹੁਸੈਲੀ ਜੀਵ ਜਿਵੇਂ ਮਨੁੱਖ ਵਿੱਚ ਸਰੀਰ ਦਾ ਆਕਾਰ ਬਹੁਤ ਵੱਡਾ ਹੁੰਦਾ ਹੈ ਅਤੇ ਸਰੀਰ ਦੀ ਸੰਰਚਨਾ ਜਟਿਲ ਹੁੰਦੀ ਹੈ। ਬਹੁਸੈਲੀ ਜੀਵਾਂ ਵਿੱਚ ਸਾਰੇ ਸੈੱਲ ਸਿੱਧੇ ਹੀ ਵਾਤਾਵਰਣ ਦੇ ਸੰਪਰਕ ਵਿੱਚ ਨਹੀਂ ਹੁੰਦੇ। ਇਸ ਲਈ ਸਧਾਰਨ ਵਿਸਰਣ ਮੀਨਸ ਡਿਫਿਊਜ਼ਨ ਸਾਰੇ ਸੈੱਲਾਂ ਦੀ ਆਕਸੀਜਨ ਦੀ ਜ਼ਰੂਰਤ ਪੂਰੀ ਕਰਨ ਲਈ ਕਾਫੀ ਨਹੀਂ ਹੁੰਦਾ। In unicellular organisms, single cell of the body is in direct contact with the environment. The oxygen from atmosphere diffuses into the body cell. But in multicellular organisms, all the body cells are not exposed to environment. Deep-seated cells may not get oxygen through diffusion. Cell-to-cell diffusion is very slow. Therefore, multicellular organisms need specialized organs for breathing and obtaining oxygen and a system to distribute oxygen to all body cells। ਪ੍ਰਸ਼ਨ ਦੂਜਾ, ਕੋਈ ਵਸਤੂ ਜੀਵਤ ਹੈ? ਇਸ ਦਾ ਨਿਰਣਾ ਕਰਨ ਲਈ ਅਸੀਂ ਕਿਹੜੇ ਮਾਪਦੰਡ ਦਾ ਉਪਯੋਗ ਕਰਦੇ ਹਾਂ? Or what criteria do we decide whether something is alive? ਉੱਤਰ, ਪਿਆਰੇ ਬੱਚਿਓ, ਸਾਰੇ ਜੀਵ ਸੈੱਲਾਂ ਤੋਂ ਬਣੇ ਹੁੰਦੇ ਹਨ। All living beings are made up of cells। ਸਾਰੇ ਜੀਵ ਸਾਹ ਲੈਂਦੇ ਹਨ। All living beings respire। ਸਾਰੇ ਜੀਵਾਂ ਨੂੰ ਊਰਜਾ ਅਤੇ ਜੈਵਿਕ ਪ੍ਰਕਿਰਿਆਵਾਂ ਲਈ ਭੋਜਨ ਦੀ ਜ਼ਰੂਰਤ ਹੁੰਦੀ ਹੈ। All living beings require food for energy and life processes। ਸਾਰੇ ਜੀਵਾਂ ਵਿੱਚ ਵਾਧਾ ਅਤੇ ਵਿਕਾਸ ਹੁੰਦਾ ਹੈ ਅਤੇ ਉਤੇਜਨਾ ਪ੍ਰਤੀ ਜਾਗਰੂਕ ਹੁੰਦੇ ਹਨ। All living beings exhibit growth and development and respond to stimuli। ਸਾਰੇ ਸੰਜੀਵਾਂ ਵਿੱਚ ਦਿਖਾਈ ਦੇਣ ਯੋਗ ਜਾਂ ਨਾ ਦਿਖਾਈ ਦੇਣ ਯੋਗ ਗਤੀ ਹੁੰਦੀ ਹੈ। ਜਿਵੇਂ ਕਿ ਅਸੀਂ ਲੱਤਾਂ ਬਾਹਾਂ ਦੀ ਗਤੀ ਨੂੰ ਦੇਖ ਸਕਦੇ ਹਾਂ। ਪਰੰਤੂ ਪਿਆਰੇ ਬੱਚਿਓ, ਅਸੀਂ
ਲਹੂ ਦੀ ਗਤੀ ਅਤੇ ਦਿਲ ਦੀ ਗਤੀ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। All living beings exhibit certain kind of movements, either visible or not. ਸਾਰੇ ਸਜੀਵ ਪ੍ਰਜਨਨ ਦੁਆਰਾ ਆਪਣੀ ਸੰਤਾਨ ਨੂੰ ਵਧਾਉਂਦੇ ਹਨ। All living beings increase their number through reproduction. ਬੱਚਿਓ ਅਗਲਾ ਪ੍ਰਸ਼ਨ ਹੈ, ਕਿਸੇ ਜੀਵ ਦੁਆਰਾ ਕਿਹੜੀ ਬਾਹਰਲੀ ਕੱਚੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ? What are outside raw materials used by an organism? ਬੱਚਿਓ ਬਾਹਰਲੀ ਕੱਚੀ ਸਮੱਗਰੀ ਜੋ ਸਜੀਵਾਂ ਦੁਆਰਾ ਵਰਤੀ ਜਾਂਦੀ ਹੈ ਉਹ ਹੈ ਆਕਸੀਜਨ, ਜੋ ਕਿ ਸਾਹ ਕਿਰਿਆ ਲਈ ਵਰਤੀ ਜਾਂਦੀ ਹੈ। ਆਕਸੀਜਨ ਫॉर respiration and production of energy। ਦੂਸਰੇ ਨੰਬਰ ਤੇ ਭੋਜਨ, ਊਰਜਾ, ਵਾਧੇ ਅਤੇ ਸਰੀਰਕ ਸੰਤੁਲਨ ਲਈ ਭੋਜਨ ਦੀ ਜ਼ਰੂਰਤ ਹੁੰਦੀ ਹੈ। ਫੂਡ ਫॉर energy, growth and maintenance of body which is required for the living organisms। ਸਰੀਰ ਦੇ ਸਹੀ ਸੰਤੁਲਨ ਲਈ ਖਣਿਜ ਅਤੇ ਵਿਟਾਮਿਨਾਂ ਦੀ ਜ਼ਰੂਰਤ ਹੁੰਦੀ ਹੈ। For proper maintenance of body, the organisms require minerals and vitamins। ਸਿਰਫ ਸਵੈ-ਪੋਸ਼ੀਆਂ ਲਈ ਭੋਜਨ ਬਣਾਉਣ ਲਈ ਕਾਰਬਨ ਡਾਈਆਕਸਾਈਡ ਦੀ ਜ਼ਰੂਰਤ ਹੁੰਦੀ ਹੈ। Only for photoautotrophs for synthesis of food, carbon dioxide is required। ਬੱਚਿਓ ਇੱਕ ਹੋਰ ਬਾਹਰੀ ਪਦਾਰਥ ਜੋ ਜੀਵਾਂ ਦੇ ਵਿੱਚ ਜ਼ਿਆਦਾਤਰ ਜੈਵਿਕ ਪ੍ਰਕਿਰਿਆਵਾਂ ਨੂੰ ਚਲਾਉਣ ਲਈ ਵਰਤਿਆ ਜਾਂਦਾ ਹੈ ਉਹ ਹੈ ਪਾਣੀ। To take part in most of physiological processes, water is taken from outside by the living organisms। ਪ੍ਰਸ਼ਨ 4, ਜੀਵਨ ਦੀ ਰੱਖਿਆ ਲਈ ਤੁਸੀਂ ਕਿਹੜੀਆਂ ਪ੍ਰਕਿਰਿਆਵਾਂ ਨੂੰ ਜ਼ਰੂਰੀ ਸਮਝਦੇ ਹੋ? What processes would you consider essential for maintaining life? ਉੱਤਰ, ਸਭ ਤੋਂ ਪਹਿਲਾਂ ਪੋਸ਼ਣ means nutrition। ਪਿਆਰੇ ਬੱਚਿਓ, ਤੁਸੀਂ ਜਾਣਦੇ ਹੋਵੋਗੇ ਕਿ ਸਾਨੂੰ ਜਿਉਂਦੇ ਰਹਿਣ ਦੇ ਲਈ ਪੋਸ਼ਣ ਭਾਵ ਭੋਜਨ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਕੋਈ ਵੀ ਜੀਵ ਬਿਨਾਂ ਭੋਜਨ ਤੋਂ ਜਿਉਂਦਾ ਨਹੀਂ ਰਹਿ ਸਕਦਾ। ਦੂਸਰੀ ਕਿਰਿਆ ਹੈ ਸਾਹ ਕਿਰਿਆ means respiration। ਬੱਚਿਓ ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਜੇ ਸਾਨੂੰ ਸਾਹ ਨਾ ਆਵੇ ਤਾਂ ਕੀ ਹੋਵੇਗਾ? ਜੀ ਹਾਂ, ਅਸੀਂ ਬਿਨਾਂ ਸਾਹ ਤੋਂ ਜਿਉਂਦੇ ਨਹੀਂ ਰਹਿ ਸਕਦੇ। ਤੀਸਰੀ ਕਿਰਿਆ ਹੈ ਪਰਿਵਹਨ means ਸਥਾਨਾਂਤਰਣ means transportation। ਪਿਆਰੇ ਬੱਚਿਓ, ਸਰੀਰ ਦੇ ਵੱਖ-ਵੱਖ ਭਾਗਾਂ ਵਿੱਚ ਭੋਜਨ ਅਤੇ ਆਕਸੀਜਨ ਨੂੰ ਪਹੁੰਚਾਉਣ ਲਈ ਸਾਨੂੰ ਟਰਾਂਸਪੋਰਟੇਸ਼ਨ ਭਾਵ ਪਰਿਵਹਨ ਦੀ ਜ਼ਰੂਰਤ ਹੁੰਦੀ ਹੈ। ਮਲ ਤਿਆਗ means excretion। ਪਿਆਰੇ ਬੱਚਿਓ, ਸਾਡੇ ਸਰੀਰ ਵਿੱਚੋਂ ਬੇਲੋੜੇ ਨਾਈਟ੍ਰੋਜਨੀ ਪਦਾਰਥਾਂ ਨੂੰ ਬਾਹਰ ਕੱਢਣ ਦੇ ਲਈ ਐਕਸਕ੍ਰੀਸ਼ਨ means ਮਲ ਤਿਆਗ ਦੀ ਜ਼ਰੂਰਤ ਹੁੰਦੀ ਹੈ। ਬੱਚਿਓ, ਜੇਕਰ ਸਾਡੇ ਸਰੀਰ ਵਿੱਚ ਐਕਸਕ੍ਰੀਸ਼ਨ ਨਾ ਹੋਵੇ ਤਾਂ ਸਾਡੇ ਸਰੀਰ ਦੇ ਵਿੱਚ ਬਹੁਤ ਹੀ ਜ਼ਿਆਦਾ
ਜ਼ਹਿਰੀਲੇ ਨਾਈਟ੍ਰੋਜਨੀ ਪਦਾਰਥ ਜਮ੍ਹਾਂ ਹੋ ਜਾਂਦੇ ਹਨ ਜੋ ਸਾਡੀ ਮੌਤ ਦਾ ਕਾਰਨ ਵੀ ਬਣ ਸਕਦੇ ਹਨ। ਅਗਲੀ ਪ੍ਰਕਿਰਿਆ ਹੈ ਵਾਧਾ ਅਤੇ ਵਿਕਾਸ means growth and development। ਬੱਚਿਓ, ਇਹ ਵੀ ਸਾਡੇ ਜੀਵਨ ਦੇ ਲਈ ਬਹੁਤ ਹੀ ਜ਼ਰੂਰੀ ਹੈ। ਅਗਲੀ ਪ੍ਰਕਿਰਿਆ ਹੈ ਪ੍ਰਜਨਨ means reproduction। ਬੱਚਿਓ, ਅਗਰ ਜੀਵਾਂ ਦੇ ਵਿੱਚ ਸੰਤਾਨ ਪੈਦਾ ਕਰਨ ਦੀ ਪ੍ਰਕਿਰਿਆ ਖਤਮ ਹੋ ਜਾਵੇ ਤਾਂ ਉਹਨਾਂ ਦਾ ਵੰਸ਼ ਖਤਮ ਹੋ ਸਕਦਾ ਹੈ। ਇਸ ਲਈ ਪ੍ਰਜਨਨ ਵੀ ਸਜੀਵਾਂ ਲਈ ਇੱਕ ਮਹੱਤਵਪੂਰਨ ਕਿਰਿਆ ਹੈ। ਅਗਲੀ ਕਿਰਿਆ ਹੈ ਗਤੀ means movement। ਅਸੀਂ ਆਪਣੇ ਆਪ ਦੇ ਲਈ ਭੋਜਨ ਜਾਂ ਹੋਰ ਜ਼ਰੂਰੀ ਵਸਤਾਂ ਦੇ ਲਈ ਇੱਕ ਥਾਂ ਤੋਂ ਦੂਜੀ ਥਾਂ ਉੱਪਰ ਜਾਂਦੇ ਹਾਂ। ਸ਼ਿਕਾਰ ਕਰਨ ਦੇ ਲਈ ਜਾਂ ਦੁਸ਼ਮਣਾਂ ਤੋਂ ਬਚਣ ਦੇ ਲਈ ਵੀ ਗਤੀ ਭਾਵ ਮੂਵਮੈਂਟ ਦੀ ਜ਼ਰੂਰਤ ਹੁੰਦੀ ਹੈ। ਅਗਲੀ ਕਿਰਿਆ ਹੈ ਅਨੁਕੂਲਨ means adaptation। ਪਿਆਰੇ ਬੱਚਿਓ, ਅਸੀਂ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਕਿਸੇ ਵੀ ਜਗ੍ਹਾ ਤੇ ਢਾਲ ਸਕਦੇ ਹਾਂ। ਇਸ ਨੂੰ ਅਨੁਕੂਲਨ ਕਹਿੰਦੇ ਹਨ। ਜੇਕਰ ਇਹ ਪ੍ਰਕਿਰਿਆ ਸਾਡੇ ਵਿੱਚ ਨਾ ਹੋਵੇ ਤਾਂ ਅਸੀਂ ਬਦਲਦੇ ਮੌਸਮ ਅਤੇ ਹਾਲਾਤਾਂ ਨੂੰ ਸਹਿਣ ਨਹੀਂ ਕਰ ਸਕਦੇ, ਅਰਥਾਤ ਮਰ ਜਾਵਾਂਗੇ। ਇਸ ਲਈ ਅਨੁਕੂਲਨ ਵੀ ਸਜੀਵਾਂ ਲਈ ਬਹੁਤ ਹੀ ਜ਼ਰੂਰੀ ਪ੍ਰਕਿਰਿਆ ਹੈ। ਅਗਲਾ ਪ੍ਰਸ਼ਨ ਹੈ ਸਵੈ-ਪੋਸ਼ੀ ਪੋਸ਼ਣ ਅਤੇ ਪਰਪੋਸ਼ੀ ਪੋਸ਼ਣ ਵਿੱਚ ਕੀ ਅੰਤਰ ਹੈ? What are the differences between autotrophic nutrition and heterotrophic nutrition? ਸਵੈ-ਪੋਸ਼ੀ ਅਤੇ ਪਰਪੋਸ਼ੀ ਵਿੱਚ ਅੰਤਰ ਇਸ ਪ੍ਰਕਾਰ ਹਨ। ਨੰਬਰ 1, ਸਵੈ-ਪੋਸ਼ੀ ਆਪਣਾ ਭੋਜਨ ਆਪ ਤਿਆਰ ਕਰਦੇ ਹਨ। They synthesize their own food। ਪਰਪੋਸ਼ੀ ਇਹ ਆਪਣੇ ਭੋਜਨ ਲਈ ਦੂਜਿਆਂ ਉੱਤੇ ਨਿਰਭਰ ਕਰਦੇ ਹਨ। They depend on others for food। ਸਵੈ-ਪੋਸ਼ੀ ਭੋਜਨ ਬਣਾਉਣ ਲਈ ਸੂਰਜੀ ਊਰਜਾ ਦੀ ਵਰਤੋਂ ਕਰਦੇ ਹਨ। ਪਰਪੋਸ਼ੀ ਭੋਜਨ ਬਣਾਉਣ ਲਈ ਸੂਰਜੀ ਊਰਜਾ ਦੀ ਵਰਤੋਂ ਨਹੀਂ ਕਰਦੇ। Light energy is required to produce food by autotrophs, but light energy is not required for the production of food by heterotrophs। ਸਵੈ-ਪੋਸ਼ੀ ਇਹਨਾਂ ਨੂੰ ਕਲੋਰੋਫਿਲ ਦੀ ਜ਼ਰੂਰਤ ਹੁੰਦੀ ਹੈ। These require chlorophyll। ਪਰਪੋਸ਼ੀ ਇਹਨਾਂ ਨੂੰ ਕਲੋਰੋਫਿਲ ਦੀ ਜ਼ਰੂਰਤ ਨਹੀਂ ਹੁੰਦੀ ਹੈ। These do not require chlorophyll। ਸਵੈ-ਪੋਸ਼ੀ ਕਾਰਬਨ ਡਾਈਆਕਸਾਈਡ ਅਤੇ ਪਾਣੀ ਕੱਚੇ ਪਦਾਰਥਾਂ ਦੀ ਵਰਤੋਂ ਭੋਜਨ ਬਣਾਉਣ ਲਈ ਕਰਦੇ ਹਨ। Carbon dioxide and water are used as raw materials। ਇਹਨਾਂ ਵਿੱਚ ਇਸ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ। They are not used by these organisms। ਉਦਾਹਰਨ ਦੇ ਤੌਰ ਤੇ ਹਰੇ ਪੌਦੇ ਸਵੈ-ਪੋਸ਼ੀ ਹੁੰਦੇ ਹਨ।
For example, green plants are autotrophs. ਉਦਾਹਰਨ ਦੇ ਤੌਰ ਤੇ ਜਾਨਵਰ ਪਰਪੋਸ਼ੀ ਹੁੰਦੇ ਹਨ। For example, animals. ਸਵੈਪੋਸ਼ੀਆਂ ਨੂੰ ਉਤਪਾਦਕ ਵੀ ਕਹਿੰਦੇ ਹਨ। They are known as producers. ਪਰਪੋਸ਼ੀਆਂ ਨੂੰ ਉਪਭੋਗਤਾ ਕਹਿੰਦੇ ਹਨ। They are known as consumers. ਪ੍ਰਸ਼ਨ ਅਗਲਾ, ਪੌਦਾ ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਕੱਚੀ ਸਮੱਗਰੀ ਕਿੱਥੋਂ ਲੈਂਦਾ ਹੈ? Where do plants get each of raw materials required for photosynthesis? ਉੱਤਰ, ਕਾਰਬਨ ਡਾਈਆਕਸਾਈਡ ਸਟੋਮੈਟਾ ਰਾਹੀਂ ਹਵਾ ਵਿੱਚੋਂ ਪ੍ਰਾਪਤ ਕੀਤੀ ਜਾਂਦੀ ਹੈ। ਕਾਰਬਨ ਡਾਈਆਕਸਾਈਡ ਫਰੋਮ ਏਅਰ ਥਰੂ ਸਟੋਮੈਟਾ। ਪਾਣੀ ਅਤੇ ਖਣਿਜ ਜੜ੍ਹਾਂ ਰਾਹੀਂ ਮਿੱਟੀ ਵਿੱਚੋਂ ਸੋਖੇ ਜਾਂਦੇ ਹਨ। ਵਾਟਰ ਐਂਡ ਮਿਨਰਲਸ ਆਰ ਐਬਜ਼ੌਰਬਡ ਥਰੂ ਰੂਟਸ ਫਰੋਮ ਸੋਇਲ। ਸਾਡੇ ਮਿਹਦੇ ਵਿੱਚ ਤੇਜ਼ਾਬ ਦੀ ਕੀ ਮਹੱਤਤਾ ਹੈ? What is the role of acid in our stomach? ਉੱਤਰ, ਮਿਹਦਾ ਰਸ ਜੋ ਮਿਹਦੇ ਵਿੱਚੋਂ ਰਿਸਦਾ ਹੈ ਉਸ ਵਿੱਚ ਹਾਈਡਰੋਕਲੋਰਿਕ ਐਸਿਡ ਹੁੰਦਾ ਹੈ ਜੋ ਪਾਚਨ ਲਈ ਬਹੁਤ ਜ਼ਰੂਰੀ ਹੈ। ਹਾਈਡਰੋਕਲੋਰਿਕ ਐਸਿਡ secreted by stomach play very important role in digestion. ਇਹ ਅਕਿਰਿਆਸ਼ੀਲ ਐਂਜ਼ਾਈਮਾਂ ਨੂੰ ਤੇਜ਼ਾਬੀ ਮਾਧਿਅਮ ਪ੍ਰਦਾਨ ਕਰਕੇ ਉਹਨਾਂ ਨੂੰ ਕਿਰਿਆਸ਼ੀਲ ਬਣਾਉਂਦਾ ਹੈ। Its acidic medium converts inactive enzymes into active form. ਮਿਹਦਾ ਰਸ ਵਿੱਚ ਮੌਜੂਦ HCl means ਹਾਈਡਰੋਕਲੋਰਿਕ ਐਸਿਡ ਭੋਜਨ ਵਿੱਚ ਮੌਜੂਦ ਖਤਰਨਾਕ ਸੂਖਮ ਜੀਵਾਂ ਨੂੰ ਮਾਰ ਦਿੰਦਾ ਹੈ। HCl kills harmful microbes present in swallowed food. ਇਹ ਲਾਰ ਵਿੱਚ ਮੌਜੂਦ ਐਂਜ਼ਾਈਮ ਐਮੀਲੇਸ ਦੀ ਕਿਰਿਆ ਨੂੰ ਬੰਦ ਕਰ ਦਿੰਦਾ ਹੈ। It stops the action of salivary amylase. ਪ੍ਰਸ਼ਨ 6, ਪਚੇ ਹੋਏ ਭੋਜਨ ਨੂੰ ਜਾਜਬ ਕਰਨ ਲਈ ਛੋਟੀ ਆਂਦਰ ਨੂੰ ਕਿਵੇਂ ਡਿਜ਼ਾਈਨ ਕੀਤਾ ਹੈ? How is small intestine designed to absorb digested food? ਆਓ ਬੱਚਿਓ ਆਪਾਂ ਇਸ ਪ੍ਰਸ਼ਨ ਦਾ ਉੱਤਰ ਕਰਦੇ ਹਾਂ। ਬੱਚਿਓ, ਛੋਟੀ ਆਂਦਰ ਭੋਜਨ ਨੂੰ ਜਾਜਬ ਕਰਨ ਦਾ ਮੁੱਖ ਸਥਾਨ ਹੈ। ਛੋਟੀ ਆਂਦਰ ਦੀ ਅੰਦਰੂਨੀ ਝਿੱਲੀ ਜਾਂ ਸਤ੍ਹਾ ਉੱਪਰ ਉਂਗਲੀਆਂ ਵਰਗੇ ਅਨੇਕਾਂ ਬਾਦਰੇ ਹੁੰਦੇ ਹਨ ਜਿਨ੍ਹਾਂ ਨੂੰ ਵਿਲਾਈ ਆਖਦੇ ਹਨ। ਬਿਲਾਈ ਜਾਜਬ ਕਰਨ ਵਾਲੀ ਸਤ੍ਹਾ ਦਾ ਖੇਤਰਫਲ ਕਈ ਗੁਣਾ ਵਧਾ ਦਿੰਦੇ ਹਨ। ਬੱਚਿਓ, ਵਿਲਾਈ ਵਿੱਚ ਬਹੁਤ ਸਾਰੀਆਂ ਖੂਨ ਦੀਆਂ ਵਹਿਣੀਆਂ ਹੁੰਦੀਆਂ ਹਨ ਜੋ ਪਚੇ ਹੋਏ ਭੋਜਨ ਨੂੰ ਜਾਜਬ ਕਰਨ ਵਿੱਚ ਸਹਾਇਤਾ ਕਰਦੀਆਂ ਹਨ। ਬੱਚਿਓ, ਪ੍ਰਸ਼ਨ 7, ਸਾਹ ਕਿਰਿਆ ਲਈ ਆਕਸੀਜਨ ਪ੍ਰਾਪਤ ਕਰਨ ਦੇ ਪੱਖ ਤੋਂ ਇੱਕ ਜਲੀ ਜੀਵ ਦੇ ਟਾਕਰੇ ਸਥਲੀ ਜੀਵ ਕਿਸ ਪ੍ਰਕਾਰ ਲਾਭ ਵਿੱਚ ਹੈ? What advantage does a
terrestrial organism have over an aquatic organism with regard to obtaining oxygen for respiration। ਪਿਆਰੇ ਬੱਚਿਓ, ਜਲੀ ਜੀਵਾਂ ਵਿੱਚ ਗਲਫੜੇ ਮੀਨਸ ਗਿਲਸ ਹੁੰਦੇ ਹਨ ਜਾਂ ਫਿਰ ਉਹਨਾਂ ਦੀ ਚਮੜੀ ਨਮੀ ਯੁਕਤ ਹੁੰਦੀ ਹੈ ਜੋ ਆਕਸੀਜਨ ਨੂੰ ਜਜ਼ਬ ਕਰ ਲੈਂਦੀ ਹੈ। ਉਹ ਆਕਸੀਜਨ ਦੇ ਲਈ ਪਾਣੀ ਵਿੱਚ ਘੁਲੀ ਆਕਸੀਜਨ ਤੇ ਨਿਰਭਰ ਕਰਦੇ ਹਨ। ਆਕਸੀਜਨ ਦੀ ਪਾਣੀ ਵਿੱਚ ਘੁਲਣਸ਼ੀਲਤਾ ਬਹੁਤ ਘੱਟ ਹੁੰਦੀ ਹੈ। ਪਾਣੀ ਵਿੱਚ ਘੁਲੀ ਹੋਈ ਆਕਸੀਜਨ ਦੀ ਮਾਤਰਾ ਲਗਭਗ 1% ਹੁੰਦੀ ਹੈ। ਅਰਥਾਤ ਜਲੀ ਜੀਵਾਂ ਨੂੰ ਬਹੁਤ ਤੇਜ਼ੀ ਨਾਲ ਸਾਹ ਲੈਣਾ ਪੈਂਦਾ ਹੈ। ਇਸ ਦਾ ਮਤਲਬ ਉਹਨਾਂ ਨੂੰ ਜਿਉਂਦੇ ਰਹਿਣ ਦੇ ਲਈ ਬਹੁਤ ਜ਼ਿਆਦਾ ਊਰਜਾ ਦਾ ਇਸਤੇਮਾਲ ਕਰਨਾ ਪੈਂਦਾ ਹੈ। ਬੱਚਿਓ, ਦੂਜੇ ਪਾਸੇ ਸਥਲੀ ਜੀਵ ਆਕਸੀਜਨ ਦੇ ਲਈ ਹਵਾ ਉੱਤੇ ਨਿਰਭਰ ਕਰਦੇ ਹਨ। ਹਵਾ ਵਿੱਚ ਆਕਸੀਜਨ ਦੀ ਮਾਤਰਾ 21% ਹੁੰਦੀ ਹੈ ਜੋ ਕਿ ਪਾਣੀ ਵਿੱਚ ਮੌਜੂਦ 1% ਨਾਲੋਂ ਬਹੁਤ ਜ਼ਿਆਦਾ ਹੈ। ਸਥਲੀ ਜੀਵਾਂ ਵਿੱਚ ਸਾਹ ਲੈਣ ਲਈ ਫੇਫੜੇ ਮੀਨਸ ਲੰਗਸ ਹੁੰਦੇ ਹਨ ਜਿਨ੍ਹਾਂ ਦੀ ਸਮਰੱਥਾ ਗਲਫੜਿਆਂ ਮੀਨਸ ਗਿਲਸ ਦੀ ਤੁਲਨਾ ਵਿੱਚ ਵੱਧ ਹੁੰਦੀ ਹੈ। ਇਸ ਲਈ ਸਥਲੀ ਜੀਵਾਂ ਨੂੰ ਆਕਸੀਜਨ ਦੀ ਜ਼ਰੂਰੀ ਮਾਤਰਾ ਮਿਲਦੀ ਰਹਿੰਦੀ ਹੈ। ਪ੍ਰਸ਼ਨ 8 ਮਨੁੱਖ ਵਿੱਚ ਪਰਿਵਹਨ ਪ੍ਰਣਾਲੀ ਦੇ ਕਿਹੜੇ-ਕਿਹੜੇ ਘਟਕ ਹਨ? ਇਹਨਾਂ ਘਟਕਾਂ ਦੇ ਕਾਰਜ ਕੀ ਹਨ? What are the components of transport system in human beings? What are the functions of these components? ਆਓ ਬੱਚਿਓ, ਆਪਾਂ ਇਸ ਦੇ ਉੱਤਰ ਨੂੰ ਕਰਨ ਦੀ ਕੋਸ਼ਿਸ਼ ਕਰੀਏ। ਮਨੁੱਖ ਵਿੱਚ ਪਰਿਵਹਨ ਪ੍ਰਣਾਲੀ ਦੇ ਘਟਕ ਹੇਠ ਲਿਖੇ ਹਨ। ਸਭ ਤੋਂ ਪਹਿਲੇ ਨੰਬਰ ਤੇ ਹੈ ਦਿਲ ਮੀਨਸ ਹਾਰਟ। ਦੂਸਰੇ ਨੰਬਰ ਤੇ ਹੈ ਲਹੂ ਮੀਨਸ ਬਲੱਡ। ਤੀਸਰੇ ਨੰਬਰ ਤੇ ਹੈ ਲਹੂ ਵਹਿਣੀਆਂ ਮੀਨਸ ਬਲੱਡ ਵੈਸਲਸ। ਪਿਆਰੇ ਬੱਚਿਓ, ਲਹੂ ਵਹਿਣੀਆਂ 3 ਤਰ੍ਹਾਂ ਦੀਆਂ ਹੁੰਦੀਆਂ ਹਨ। ਧਮਣੀਆਂ ਮੀਨਸ ਆਰਟਰੀਜ਼, ਸ਼ਿਰਾਵਾਂ ਮੀਨਸ ਵੇਨਸ, ਲਹੂ ਕੇਸ਼ਕਾਵਾਂ ਮੀਨਸ ਬਲੱਡ ਕੈਪਿਲਰੀਜ਼ ਅਤੇ ਚੌਥੀ ਕਿਸਮ ਦੀ ਘਟਕ ਹੈ ਲਸੀਕਾ ਮੀਨਸ ਲਿੰਫ ਅਤੇ ਲਸੀਕਾ ਵਹਿਣੀਆਂ ਮੀਨਸ ਲਿੰਫੈਟਿਕ ਵੈਸਲਸ। ਆਓ ਬੱਚਿਓ, ਆਪਾਂ ਕਰਦੇ ਹਾਂ ਪਰਿਵਹਨ ਪ੍ਰਣਾਲੀ ਦੇ ਘਟਕਾਂ ਦੇ ਕਾਰਜ। ਸਭ ਤੋਂ ਪਹਿਲਾਂ ਦਿਲ ਭਾਵ ਹਾਰਟ। ਦਿਲ ਲਹੂ ਨੂੰ ਪੰਪ ਕਰਨ ਵਾਲਾ ਮੁੱਖ ਅੰਗ ਹੈ। ਇਹ ਲਹੂ ਨੂੰ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਪੰਪ ਕਰਦਾ ਹੈ। ਪਿਆਰੇ ਬੱਚਿਓ, ਤੁਸੀਂ ਹੈਰਾਨ ਹੋ ਜਾਵੋਗੇ ਕਿ ਦਿਲ ਸਾਡਾ 24 ਘੰਟੇ ਦੇ ਵਿੱਚ 7000 ਲੀਟਰ ਦੇ ਕਰੀਬ ਲਹੂ ਨੂੰ ਪੰਪ ਕਰ ਦਿੰਦਾ ਹੈ। ਦੂਸਰਾ ਹੈ ਲਹੂ ਮੀਨਸ ਬਲੱਡ। ਬੱਚਿਓ, ਬਲੱਡ ਇੱਕ ਤਰਲ ਸੰਯੋਜਕ ਟਿਸ਼ੂ ਮੀਨਸ ਲਿਕੁਇਡ ਕਨੈਕਟਿਵ ਟਿਸ਼ੂ ਹੈ ਜੋ ਵਿਭਿੰਨ ਪਦਾਰਥਾਂ ਨੂੰ ਸਰੀਰ ਦੇ ਵੱਖ-ਵੱਖ ਭਾਗਾਂ ਵਿੱਚ ਵੰਡਦਾ ਹੈ। ਅੱਗੇ ਹੈ ਲਹੂ ਵਹਿਣੀਆਂ ਮੀਨਸ ਬਲੱਡ ਵੈਸਲਸ।
ਇਹਨਾਂ ਵਿੱਚ ਸਭ ਤੋਂ ਪਹਿਲੇ ਧਮਨੀਆਂ ਮੀਨਸ ਆਰਟਰੀਜ਼। ਬੱਚਿਓ, ਆਰਟਰੀਜ਼ ਆਕਸੀਜਨ ਯੁਕਤ ਲਹੂ ਨੂੰ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਲੈ ਕੇ ਜਾਂਦੀਆਂ ਹਨ। ਆਮ ਤੌਰ ਤੇ ਆਰਟਰੀਜ਼ ਮੀਨਸ ਧਮਨੀਆਂ ਜੋ ਹਨ ਇਹ ਦਿਲ ਤੋਂ ਖੂਨ ਨੂੰ ਬਾਹਰ ਲੈ ਕੇ ਜਾਂਦੀਆਂ ਹਨ। ਬੱਚਿਓ, ਅਗਲੀਆਂ ਲਹੂ ਵਹਿਣੀਆਂ ਹਨ ਸ਼ਿਰਾਵਾਂ ਮੀਨਸ ਵੇਨਸ। ਲਹੂ ਨੂੰ ਸਰੀਰ ਦੇ ਵੱਖ-ਵੱਖ ਅੰਗਾਂ ਤੋਂ ਇਕੱਠਾ ਕਰਕੇ ਦਿਲ ਤੱਕ ਲਿਆਉਣ ਵਾਲੀਆਂ ਵਹਿਣੀਆਂ ਨੂੰ ਸ਼ਿਰਾਵਾਂ ਕਹਿੰਦੇ ਹਨ। ਬੱਚਿਓ, ਅੱਗੇ ਹਨ ਲਹੂ ਕੇਸ਼ਕਾਵਾਂ ਮੀਨਸ ਬਲੱਡ ਕੈਪਿਲਰੀਜ਼ ਦੇ ਕਾਰਜ। ਇਹ ਵਿਭਿੰਨ ਟਿਸ਼ੂਆਂ ਤੱਕ ਲਹੂ ਨੂੰ ਵਿਸਰਜਿਤ ਕਰਦੀਆਂ ਹਨ ਅਤੇ ਉਹਨਾਂ ਤੋਂ ਲਹੂ ਨੂੰ ਇਕੱਠਾ ਕਰਦੀਆਂ ਹਨ। ਪਿਆਰੇ ਬੱਚਿਓ, ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਦੇ ਦੁਆਰਾ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਰਹੇ ਬੱਚਿਆਂ ਦਾ ਮਿਆਰੀ ਪੱਧਰ ਚੈੱਕ ਕਰਨ ਦੇ ਲਈ ਇੱਕ ਟੈਸਟ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਪੈਸ 2020 ਆਖਦੇ ਹਨ। ਪਿਆਰੇ ਬੱਚਿਓ, ਤੁਸੀਂ ਅੱਜ ਤੱਕ ਆਪਣੀਆਂ ਜਮਾਤਾਂ ਵਿੱਚ ਕੀ ਸਿੱਖਿਆ ਹੈ ਉਸ ਦੇ ਪੱਧਰ ਨੂੰ ਜਾਣਨ ਦੇ ਲਈ ਇਹ ਟੈਸਟ ਤੁਹਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਪਿਆਰੇ ਬੱਚਿਓ, ਇਸ ਦਾ ਕੋਈ ਸਿਲੇਬਸ ਅਲੱਗ ਤੋਂ ਨਹੀਂ ਹੈ। ਬੱਚਿਓ, ਇਹ ਤੁਹਾਡੇ ਮੁੱਖ ਸਿਲੇਬਸ ਦੇ ਵਿੱਚੋਂ ਹੀ ਪੁੱਛੇ ਜਾਣ ਵਾਲੇ ਕੁਝ ਕੁਐਸਚਨ ਹਨ। ਪਿਆਰੇ ਬੱਚਿਓ, ਇਸ ਵਿੱਚ ਕੁਐਸਚਨ 3 ਤਰ੍ਹਾਂ ਦੇ ਹੁੰਦੇ ਹਨ। ਇੱਕ ਉਹ ਕੁਐਸਚਨ ਜੋ ਤੁਹਾਨੂੰ ਯਾਦ ਕਰਨੇ ਪੈਂਦੇ ਹਨ। ਇੱਕ ਉਹ ਕੁਐਸਚਨ ਜਿਨ੍ਹਾਂ ਤੋਂ ਤੁਸੀਂ ਅੰਡਰਸਟੈਂਡ ਕਰਦੇ ਹੋ ਅਤੇ ਕੁਝ ਕੁਐਸਚਨ ਜਿਹੜੀ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਮਹੱਤਵਪੂਰਨ ਹਨ।